ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ रूप रंग अर रेख भेख को कह न सकत केहे अचल मूरत अनुभव प्रकाश अमितोज कहिजै कोट इंद्र इंद्राण साहे साहाण गणिजै त्रिभवन महीप सुर नर असुर नेत नेत बण तृण कहत त्वै सर्ब नाम कथै कवन नाम वर्णत सुमत नारायण नरपत नमस्कारे ऐसे गुर को बल बल जाइए आप मुक्त मोहि तारे कवन 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 गुण कहिए अंत नहीं कछ पारे लाख 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 कई कोरै को है ऐसो विचारै विषम 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 ही भई है लाल गुलाल रंगारे कहो नानक संतन रस आई है जो जाप गूंगा मुस्कारे। सतनाम श्री वाहिगुरु साहिब जी। धनासरी महला पंजवा घर बारवा। एक ओंकार सतगुर प्रसाद बंदना हर बंदना गुण गावो गोपाल राय राव। वाहिगुरु जी का खालसा वाहिगुरु जी की फतेह। सच्चे पातशाह अंतर्यामी गुरु गरीब निवाज धन धन जगत गुरु श्री गुरु नानक देव महाराज कलगीधर दशमेश पिता शहनशाह गुरु गोबिंद सिंह महाराज धन 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 दसां पातशाहियां दी जोत श्री गुरु ग्रंथ साहिब महाराज धन धन दसम गुरु ग्रंथ साहिब महाराज धन धन सर्वलोक ग्रंथ साहिब जी महाराज। साध संगत जी आप समूह खालसा साध संगत अज जो पोह दे महीने दे अंदर 10वें पातशाह महाराज जी का परिवार खेरू खेरू हो के शहादतां दे जाम पीते वो पावन पवित्र इतिहास लसानी इतिहास सरवण करन दे लई गुरु दरबार च एकत्रित होए हो। खालसा जी समूह खालसे पंथ ने रल मिल के श्री अखंड पाठ साहिब के भोगां दे अंदर बड़ी मर्यादा दे नाल हाज़री भी भरी है। समूह विधि चंद संप्रदाय ने निहंग सिंघा ने बुढ़े दल संप्रदाय ने बड़ी भावना श्रद्धा ते हकीकत दे नाल सारा पाठ सरवण करके अरदास दे अंदर शमूलीयत भरी है। सच्चे पातशाह महाराज धन श्री गुरु गोबिंद सिंह जी का अज छोटे साहिबजादियां का शहादत का फतेहगढ़ साहिब का दिवस है। आओ सारी संगत प्रेम दे नाल मुखवाक दी कथा अते शहीदां दा इतिहास क्योंकि समय की भी अपने कोल घाट है 11 बजे तक समाप्ति भी करनी है कथा दी। जिन्नी को सच्चे पातशाह आप रसना ते बैठ के सेवा ले लैन। आओ गुरु इतिहास ते गुरबाणी की कथा खालसा जी प्रेम दे नाल सरवण करिए। सारी संगत प्रेम दे नाल वाहिगुरु गुरमंत्र उच्चारण करिए आखना करिए जी सतनाम सतनाम श्री वाहिगुरु साहिब जी। खालसा जी 1704 ईस्वी 1761 विक्रमी 10वें पातशाह महाराज जी ने श्री आनंदपुर साहिब के अंदर अपने 500 ਸਿੰਘਾਂ ਅਤੇ परिवार ਦੇ ਨਾਲ मोर्चाबंदी की हुई सी। श्री आनंदपुर साहिब का वो पावन पवित्र किला जिथे कलगीधर पातशाह धन गुरु गोबिंद सिंह महाराज के
ਸੂਰਮੇ ਸਿੰਘ 7 ਮਹੀਨੇ ਤੋਂ ਕੜਾਕਾ ਕੱਟ ਰਹੇ ਸੀ। ਅੰਦਰ ਕਿਲੇ ਦੇ ਅੰਦਰ ਪੱਤੇ ਵੀ ਪੇੜਾਂ ਤੋਂ ਖਤਮ ਹੋ ਗਏ ਸੀ, ਸਿੰਘਾਂ ਨੇ ਛਕ ਲਏ। ਭੁੱਖ ਦਾ ਦੁੱਖ ਇੰਨਾ ਆਤੁਰ ਹੋ ਗਿਆ। ਕਲਗੀਧਰ ਪਾਤਸ਼ਾਹ ਨੂੰ ਕਿਹਾ, ਮਹਾਰਾਜ ਅਸੀਂ ਕਿਲਾ ਸਾਰੇ ਹੀ ਛੱਡਣਾ ਚਾਹੁੰਦੇ ਹਾਂ। 10ਵੇਂ ਪਾਤਸ਼ਾਹ ਨੇ ਕਿਹਾ, ਸਿੰਘੋ ਆਪਣੀ ਮੋਰਚਾਬੰਦੀ ਨਹੀਂ ਛੱਡੀ ਦੀ। ਜਿਹੜੇ ਬਾਹਰ ਪਹਾੜੀਏ ਤੇ ਤੁਰਕ ਖੜੇ ਨੇ, ਸਾਨੂੰ ਉਹਨਾਂ ਤੇ ਰੱਤਾ ਭਰ ਵੀ ਇਤਬਾਰ ਨਹੀਂ। ਸੱਚੇ ਪਾਤਸ਼ਾਹ ਮਹਾਰਾਜ ਉਹ ਗਊ ਥਾਲੀ ਦੇ ਅੰਦਰ ਰੱਖ ਕੇ ਨਾਲ ਚੱਕੂ, ਗਊ ਆਟੇ ਦੀ ਬਣਾ ਕੇ ਤੇ ਨਾਲ ਚੱਕੂ ਰੱਖਦੇ ਨੇ। ਪਹਾੜੀ ਰਾਜੇ ਭੀਮ ਚੰਦ ਇਤਿਆਦ ਕਸਮ ਖਾਂਦੇ ਨੇ, ਜੇ ਅਸੀਂ ਹਮਲਾ ਕਰਦੇ ਹਾਂ ਤੁਸੀਂ ਕਿਲਾ ਛੱਡੋਗੇ, ਸਾਨੂੰ ਗਊ ਦੇ ਹੱਤਿਆ ਦਾ ਪਾਪ ਲੱਗੇਗਾ। ਤੇ ਮਹਾਰਾਜ ਦੂਸਰੀ ਕਸਮ ਔਰੰਗਜ਼ੇਬ ਕੁਰਾਨ ਦੇ ਉੱਤੇ, ਪਾਕ ਗ੍ਰੰਥ ਕੁਰਾਨ ਦੇ ਉੱਤੇ ਚਿੱਠੀ ਲਿਖ ਕੇ ਆਈ ਹੈ ਬਈ 10ਵੇਂ ਪਾਤਸ਼ਾਹ ਮਹਾਰਾਜ ਨੂੰ ਕਹੋ ਕਿਲਾ ਛੱਡ ਕੇ ਹੈਦਰਾਬਾਦ ਗੋਲਕੁੰਡੇ ਵੱਲ, ਸਾਡੇ ਵੱਲ ਦੱਖਣ ਵੱਲ ਆ ਜਾਣ। ਤੇ 10ਵੇਂ ਪਾਤਸ਼ਾਹ ਨੂੰ ਅਸੀਂ ਕੁਝ ਨਹੀਂ ਕਵਾਂਗੇ, ਉਹਨਾਂ ਦਾ ਪਰਿਵਾਰ ਨੂੰ ਵੀ ਇੱਥੇ ਹੀ ਰਾਜ ਕਰਾ ਦੇਵਾਂਗੇ। ਅਨੰਦਪੁਰ ਦਾ ਕਿਲਾ ਛੱਡ ਦਿਓ, ਅਸੀਂ ਕੁਰਾਨ ਦੀ ਕਸਮ ਖਾਂਦੇ ਹਾਂ। ਤੀਸਰੀ ਕਸਮ ਖਾਈ ਖਾਲਸਾ ਜੀ ਉੱਥੇ ਦੇ ਹਿੰਦੂਆਂ ਨੇ, ਜਿਨ੍ਹਾਂ ਨੇ ਕਿਹਾ ਮਹਾਰਾਜ ਅਸੀਂ ਠਾਕੁਰਾਂ ਦੀ ਕਸਮ ਖਾਂਦੇ ਹਾਂ, ਕਿਲਾ ਛੱਡ ਦਿਓ, ਹਮਲਾ ਨਹੀਂ ਕਰਾਂਗੇ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਮਾਤਾ ਗੁਜਰੀ ਜੀ, हे ਗੁਰੂ ਕੇ ਸਿੰਘੋ, ਤੁਹਾਨੂੰ ਇਤਬਾਰ ਹੋਏਗਾ ਨਾ ਤੇ ਸਾਨੂੰ ਇਹਨਾਂ ਦੀ ਕਸਮਾਂ ਤੇ ਇਤਬਾਰ ਨਹੀਂ। ਮਾਤਾ ਬਾਰ-ਬਾਰ ਕਿਹਾ, ਪੁੱਤਰ ਜੀ, ਲਾਲ ਜੀ, ਕਿਲਾ ਛੱਡ ਦਈਏ। ਮਹਾਰਾਜ ਨੇ ਕਿਹਾ, ਉਹ ਤੁਹਾਨੂੰ ਪ੍ਰਤੱਖ ਹੀ ਦਿਖਾ ਦਈਏ ਇਹਨਾਂ ਦੀਆਂ ਕੋਝੀਆਂ ਚਾਲਾਂ ਕੀ ਨੇ। 10ਵੇਂ ਪਾਤਸ਼ਾਹ ਨੇ ਅਨੰਦਪੁਰ ਦੇ ਘੇਰੇ ਦੇ ਅੰਦਰ, ਜਦੋਂ ਬਾਹਰੋਂ ਘੇਰਾ ਸੀਗਾ, ਖਾਲਸਾ ਜੀ 10 ਲੱਖ ਦੀ ਫੌਜ ਚਮਕੌਰ ਸਾਹਿਬ ਚੜ੍ਹ ਕੇ ਆਈ ਹੈ। ਉਸ ਤੋਂ ਪਹਿਲਾਂ ਅਨੰਦਪੁਰ ਸਾਹਿਬ ਤੇ ਤਕਰੀਬਨ 2.5-3 ਲੱਖ ਫੌਜ ਘੇਰਾ ਪਾ ਕੇ 7 ਮਹੀਨੇ ਤੋਂ ਬਾਹਰ ਬੈਠੀ ਹੈ। ਤੇ ਉਹਨਾਂ ਨੇ ਜਿਹੜਾ ਸਤਲੁਜ ਦਰਿਆ ਤੋਂ ਮਹਾਰਾਜ ਨੇ ਕਨਾਲ ਕੱਢਿਆ ਸੀ ਸਿੰਘਾਂ ਦੇ ਘੋੜਿਆਂ ਦੇ ਛਕਣ ਦੇ ਲਈ ਜਲ, ਉਹ ਵੀ ਬੰਦ ਕੀਤਾ। ਅੰਦਰ ਪ੍ਰਸ਼ਾਦਾ ਵੀ ਨਹੀਂ, ਸਿੰਘੇ ਭੁੱਖੇ ਭਾਣੇ। 7 ਮਹੀਨੇ ਤੋਂ ਢਿੱਡ ਦੀ ਆਂਤੜੀਆਂ ਤੇ ਕਮਰ ਕੱਸਾ ਬੰਨ ਕੇ ਭੁੱਖੇ ਪਿਆਸੇ ਬੈਠੇ। ਮਹਾਰਾਜ ਨੇ ਕਿਹਾ ਵੀ ਬਾਹਰ ਪਹਾੜੀ ਰਾਜਿਆਂ ਨੂੰ ਤੇ ਤੁਰਕਾਂ ਨੂੰ ਇੱਕ ਖਬਰ ਭਿਜਵਾ ਦਿਓ ਵੀ ਗੁਰੂ ਗੋਬਿੰਦ ਸਿੰਘ ਕਿਲਾ ਛੱਡਣ ਨੂੰ ਤਿਆਰ ਨੇ। ਤੇ ਸਾਨੂੰ 5000 ਵਣਜਾਰੇ ਸਿੱਖ ਗੜਬੈਲਾਂ ਦੇ ਉੱਤੇ, ਗੜਬੈਲ ਕਹਿੰਦੇ ਨੇ ਜਦੋਂ ਗੱਡਾ ਤੇ ਬੈਲ ਦੋਨੇ ਜੁੜ ਜਾਣ, ਉਹ ਤਿਆਰ ਕਰਕੇ 5000 ਵਣਜਾਰੇ ਸਿੱਖ ਕਿਲੇ ਦੇ ਅੰਦਰ ਛੱਡ ਦੇਣ। ਵਣਜਾਰੇ ਸਿੱਖਾਂ ਨੇ, ਪਹਾੜੀ ਰਾਜੇ ਖੁਸ਼ ਹੋਏ ਵੀ ਗੁਰੂ ਦਾ ਧਨ ਲੁੱਟਾਂਗੇ। 5000 ਗੜਬੈਲਾਂ ਦੇ ਤਾਂ ਕਿੰਨਾ ਹੀ ਧਨ ਆ ਜਾਏਗਾ ਗੁਰੂ ਦਾ। ਕਲਗੀਧਰ ਪਾਤਸ਼ਾਹ ਨੇ, ਰਾਜਨੀਤੀ ਦੇ ਬੜੇ ਵੱਡੇ ਮਹਾਰਾਜ ਮਾਹਿਰ ਸਨ। ਖਾਲਸਾ ਜੀ ਸਾਡੇ ਅੱਗੇ ਤਾਂ 10ਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਕੇਵਲ ਇੱਕ ਜੰਗੀ ਸਰੂਪ ਦਿਖਾ ਕੇ ਦਿਖਾਇਆ ਜਾਂਦਾ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਵਰਗਾ ਸੰਸਾਰ ਤੇ ਕੋਈ ਪ੍ਰੇਮ ਕਰਨ ਵਾਲਿਆਂ ਦਾ ਕਦਰਦਾਨ ਨਹੀਂ। ਕਵੀਆਂ ਦੇ ਕਦਰਦਾਨ ਕਲਗੀਧਰ ਪਾਤਸ਼ਾਹ, ਸੂਰਮਿਆਂ ਦੇ ਕਦਰਦਾਨ ਕਲਗੀਧਰ ਪਾਤਸ਼ਾਹ। ਧੰਨ ਧੰਨ ਗੁਰਦੇਵ ਪਿਤਾ ਸ਼ਸਤਰਾਂ ਦੇ ਪ੍ਰੇਮੀ। ਅੱਜ ਜਦੋਂ ਦਰਬਾਰ ਦੇ ਅੰਦਰ ਦਾਸ ਆਇਆ, ਖਾਲਸਾ ਜੀ ਇਸ ਦਰਬਾਰ ਦੇ ਅੰਦਰ ਪੂਰੇ ਅਨੰਦਪੁਰ ਸਾਹਿਬ ਦੇ ਦਰਸ਼ਨ ਹੋਏ। ਦੇਖੋ ਰਣਜੀਤ ਨਗਾਰਾ ਵੀ ਵੱਜ ਰਿਹਾ ਜੋ ਮਾਤਾ ਨਾਨਕੀ ਨੇ ਬਣਵਾਇਆ। ਮਾਤਾ ਨਾਨਕੀ ਦੇ ਦਰਸ਼ਨ ਵੀ ਨੇ। ਰਣਜੀਤ ਨਗਾਰਾ ਕਲਗੀਧਰ ਪਾਤਸ਼ਾਹ ਮਹਾਰਾਜ ਦੇ 5 ਪਿਆਰਿਆਂ ਦੀ ਫੌਜ ਦੇ ਮੂਹਰੇ ਵੱਜਦਾ ਸੀ ਜਦੋਂ 22 ਧਾਰ ਦੀ ਪਹਾੜੀਆਂ ਦੇ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਂਦੇ ਸਨ। ਇਸ ਖਾਲਸਾ ਜੀ ਦੀਵਾਨ ਦੇ ਅੰਦਰ ਸ਼ੰਖ ਵੀ ਵੱਜ ਰਹੇ ਨੇ ਜੋ ਸੱਚਖੰਡ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੇ ਦਰਬਾਰ 'ਚ ਵੱਜਦੇ ਨੇ। ਖਾਲਸਾ ਜੀ ਇਸ ਦਰਬਾਰ ਦੇ ਅੰਦਰ ਹਜੂਰੀ ਸਿੰਘ ਮੂਹਰੇ ਮਹਾਰਾਜ ਦੇ ਖੜੇ ਹੋ ਕੇ ਸਤਿਕਾਰ ਨਾਲ ਚੌਰ ਸਾਹਿਬ ਤੇ ਸ਼ਸਤਰ ਲੈ ਕੇ ਖੜੇ ਨੇ। ਅਨੰਦਪੁਰ ਸਾਹਿਬ ਇਸ ਤਰ੍ਹਾਂ ਹੀ ਮਹਾਰਾਜ ਦੇ ਹਜ਼ੂਰ ਭਾਈ ਆਲਮ ਸਿੰਘ ਨੱਚਣਾ ਖੜੇ ਹੁੰਦੇ ਸੀਗੇ। ਗੁਰੂ ਕੇ ਦਰਬਾਰ ਦੇ ਅੰਦਰ ਤੁਸੀਂ ਸਾਰੀ ਸੰਗਤ ਕਿੰਨੀ ਪ੍ਰੇਮ ਦੇ ਨਾਲ ਜੈਕਾਰੇ ਲਗਾ ਰਹੀ ਸੀ। ਅੱਗੇ ਗੁਰਜ ਵੀ ਪਿਆ, 6ਵੇਂ ਪਾਤਸ਼ਾਹ ਦੇ ਦਰਸ਼ਨ ਹੋ ਰਹੇ ਨੇ। ਅੱਗੇ ਸੈਫ ਪਈ ਹੈ, ਭਾਈ ਉਦੇ ਸਿੰਘ ਦੇ ਗਾਤਰੇ ਦੇ ਦਰਸ਼ਨ ਹੋ ਰਹੇ ਨੇ। ਖਾਲਸਾ ਜੀ ਇਹ ਦਰਬਾਰ ਦੇ ਅੰਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਮੌਜੂਦ ਨੇ। ਜੇ ਭਾਵਨਾ ਹੋਵੇ ਤਾਂ ਕਲਗੀਧਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 5000 ਗੱਡਿਆਂ ਦੇ ਉੱਤੇ ਹੱਡੀਆਂ ਡੰਗਰਾਂ ਦੀਆਂ, ਘੋੜਿਆਂ ਦਾ ਮਾਸ, ਪੱਤੇ, ਬਿੱਠਾਂ,
ਤੇ ਹੋਰ ਲਿੱਦ ਸਾਰੀ ਲਦਵਾ ਕੇ 5000 ਗੜਬੈਲਾਂ ਦੇ ਉੱਤੇ ਉੱਪਰ ਰੇਸ਼ਮੀ ਰੁਮਾਲੇ ਪਵਾ ਦਿੱਤੇ। ਰੁਮਾਲੇ ਪਵਾ ਕੇ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੈਲਾਂ ਦੇ ਸਿਰ ਤੇ ਮਸ਼ਾਲਾਂ ਬੰਨ੍ਹ ਦਿੱਤੀਆਂ ਤੇ ਮਸ਼ਾਲਾਂ ਬਣਵਾ ਕੇ ਜਦੋਂ 2,500-3,000 ਗੜਬੈਲ ਅਨੰਦਪੁਰ ਸਾਹਿਬ ਦੇ ਕਿਲੇ ਤੋਂ ਬਾਹਰ ਹੋਏ ਨਾ, ਪਹਾੜੀ ਰਾਜੇ ਆਪਣੀ ਕਸਮਾਂ ਭੁੱਲ ਗਏ, ਤੁਰਕ ਕੁਰਾਨ ਦੀਆਂ ਕਸਮਾਂ ਭੁੱਲ ਗਏ ਤੇ ਲੁੱਟ ਲਿਆ ਗੁਰੂ ਪਾਤਸ਼ਾਹ ਮਹਾਰਾਜ ਦੇ ਭੇਜੇ ਗੜਬੈਲਾਂ ਨੇ। ਤੇ ਖਾਲਸਾ ਜੀ, ਗੁਰੂ ਪਾਤਸ਼ਾਹ ਮਹਾਰਾਜ ਰਾਜਨੀਤੀ ਦੇ ਅੰਦਰ ਕਲਗੀਧਰ ਪਾਤਸ਼ਾਹ ਦਾ ਕੋਈ ਸਾਨੀ ਨਹੀਂ। ਉਹ ਗੜਬੈਲਾਂ ਦੇ ਅੰਦਰ ਉਹਨਾਂ ਨੇ ਸੋਚਿਆ ਬੜੇ ਸੋਹਣੇ ਰੁਮਾਲੇ ਪਾਏ ਨੇ, ਉਹਨਾਂ ਨੇ ਆਪਣੇ ਘਰ ਦੇ ਅੰਦਰ ਜਿਹੜੇ ਪਵਿੱਤਰ ਥਾਂ ਹੈ ਵੀ ਗੁਰੂ ਦਾ ਧਨ ਜਿਹੜਾ ਲੁਕਾ ਲਈਏ ਰਾਤ ਨੂੰ, ਕਿਧਰੇ ਹੋਰ ਸਾਡੇ ਤੋਂ ਇਹਨਾਂ ਕੋਈ ਚੋਰਾਂ ਨੂੰ ਚੋਰ ਨਾ ਪੈ ਜਾਣ। ਕਲਗੀਧਰ ਪਾਤਸ਼ਾਹ ਮਹਾਰਾਜ ਦਾ ਧਨ ਆਪਣੇ ਠਾਕਰਾਂ ਵਾਲੀ ਜਗ੍ਹਾ ਤੇ, ਰਸੋਈ ਵਾਲੀ ਜਗ੍ਹਾ ਤੇ ਛੁਪਾਇਆ, ਪਵਿੱਤਰ ਜਗ੍ਹਾ ਤੇ। ਪਰ ਜਦੋਂ ਸਵੇਰੇ ਖੋਲ ਕੇ ਦੇਖਿਆ ਤੇ ਅੰਦਰ ਲਿੱਦ ਘੋੜਿਆਂ ਦੀ। ਕਲਗੀਧਰ ਪਾਤਸ਼ਾਹ ਮਹਾਰਾਜ ਰਾਤ ਅਨੰਦਪੁਰ ਸਾਹਿਬ ਤੋਂ ਖੜੇ ਹੋ ਕੇ ਸਿੰਘਾਂ ਨੂੰ ਕਿਹਾ, ਸਿੰਘੋ ਉਹ ਦੇਖੋ, ਇਹ ਬੇਈਮਾਨ ਲੋਕ ਨੇ, ਪੱਥਰਾਂ ਨੂੰ ਪੂਜਦੇ ਨੇ, ਇਹਨਾਂ ਦੀ ਮੱਤ ਪੱਥਰਾਂ ਵਰਗੀ ਹੈ। ਜਿਹੜਾ ਗੁਰੂ ਪੰਥ ਹੈ, ਖਾਲਸਾ ਪੰਥ ਹੈ, ਉਹ ਇਹਨਾਂ ਦੀਆਂ ਝੂਠੀਆਂ ਕਸਮਾਂ ਤੇ ਆਉਣ ਵਾਲੇ ਸਮੇਂ 'ਚ ਵੀ ਕਦੀ ਇਤਬਾਰ ਨਾ ਕਰੇ। ਇਹ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਬਚਨ ਨੇ ਖਾਲਸਾ ਜੀ, ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਕਵੀਰਾਜ ਚੂੜਾਮਣੀ ਭਾਈ ਸੰਤੋਖ ਸਿੰਘ ਜੀ ਨੇ ਦਰਜ ਕੀਤੇ ਨੇ। ਕਲਗੀਧਰ ਪਾਤਸ਼ਾਹ ਮਹਾਰਾਜ ਦਾ ਬਚਨ ਤੇ ਸਿੰਘਾਂ ਨੂੰ ਧਰਵਾਸ ਆਇਆ ਤੇ ਉਹਨਾਂ ਨੇ ਦੂਜੇ ਪਾਸੇ ਸੋਚਿਆ ਵੀ ਅਸੀਂ ਤਾਂ ਧਰਮ ਤੋਂ ਵੀ ਹਿਣੇ ਹੋਏ, ਕਿਉਂਕਿ ਠਾਕਰਾਂ ਵਾਲੀ ਜਗ੍ਹਾ ਦੇ ਉੱਤੇ ਲਿੱਦ ਰੱਖ ਦਿੱਤੀ ਜਾ ਕੇ। ਦੂਸਰੀ ਗੱਲ, ਗੁਰੂ ਪਾਤਸ਼ਾਹ ਮਹਾਰਾਜ ਤੋਂ ਵੀ ਝੂਠੇ ਹੋ ਗਏ ਵੀ ਇਹ ਤੇ ਸਭ ਤੋਂ ਵੱਡੇ ਝੂਠੇ ਨੇ। ਹੁਣ ਕਲਗੀਧਰ ਪਾਤਸ਼ਾਹ ਮਹਾਰਾਜ ਕੋਲ ਦੂਜੀ ਵਾਰੀ ਫੇਰ ਆਉਂਦੇ ਨੇ, ਕਿਹਾ ਮਹਾਰਾਜ ਉਹ ਤਾਂ ਨਾ ਕੁਝ ਪਾਪੀ ਲੋਕਾਂ ਨੇ ਧੋਖੇ ਦੇ ਨਾਲ ਤੁਹਾਡਾ ਧਨ ਲੁੱਟ ਲਿਆ ਸੀਗਾ, ਉਹ ਅਸੀਂ ਨਹੀਂ ਸੀਗੇ, ਪਹਾੜੀ ਰਾਜੇ ਨਹੀਂ ਸੀਗੇ। ਕਲਗੀਧਰ ਪਾਤਸ਼ਾਹ ਮਹਾਰਾਜ ਕਿਹਾ ਤੁਹਾਡੀਆਂ ਖਾਈਆਂ ਕਸਮਾਂ ਦਾ ਸਾਨੂੰ ਕੋਈ ਇਤਬਾਰ ਨਹੀਂ। ਮਾਤਾ ਗੁਜਰੀ ਜੀ ਨੂੰ ਤੇ ਸਿੰਘਾਂ ਨੂੰ ਆਪਣੇ ਹੌਸਲੇ 'ਚ ਲੈ ਕੇ ਪਰਿਵਾਰ ਦੇ ਅੰਦਰ ਦੁਫਾੜ ਪਵਾ ਦਿੱਤਾ। ਖਾਲਸਾ ਜੀ, ਜਦੋਂ ਕਿਤੇ ਮੋਰਚਾ ਫਤਿਹ ਨਾ ਹੋ ਰਿਹਾ ਹੋਵੇ ਤਾਂ ਚਾਰ ਹੀ ਤਰੀਕੇ ਨੇ, ਸਾਮ, ਦਾਮ, ਦੰਡ ਤੇ ਭੇਦ। ਸਾਮ ਹੈ ਸ਼ਮਾ ਪੈ ਜਾਣੀ, ਅਗਲੇ ਦੇ ਚਰਨੀ ਪੈ ਜਾਣੀ। ਹੁਣ ਗੁਰੂ ਗੋਬਿੰਦ ਸਿੰਘ ਦੇ ਚਰਨੀ 100 ਵਾਰੀ ਪੈ ਗਏ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਨਹੀਂ ਮੰਨਦੇ। ਦਾਮ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਖਰੀਦਿਆ ਵੀ ਨਹੀਂ ਜਾ ਸਕਦਾ, ਕਿਉਂਕਿ ਔਰੰਗਜ਼ੇਬ ਦੇ ਦਰਬਾਰ ਦੇ ਅੰਦਰ ਉਹ ਖਜ਼ਾਨਾ ਨਹੀਂ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਜ਼ਾਨੇ ਦੇ ਅੰਦਰ ਹੈ। ਆਖਣਾ ਕਰੋ ਸਤਨਾਮ। ਤੀਸਰਾ ਆ ਗਿਆ ਡੰਡ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਡੰਡ ਦੀ ਹਿੰਮਤ ਕਿਸ ਤਰ੍ਹਾਂ ਰੱਖਣ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਫਨੀਅਰ ਤੀਰ ਜਿਹੜੇ ਨੇ, ਉਹਨਾਂ ਦੀ ਮਾਰ ਤਾਂ ਪਹਿਲਾਂ ਹੀ ਅਨੰਦਪੁਰ ਦਾ ਜਦੋਂ ਜੰਗ ਹੋਇਆ, ਖਾਲਸਾ ਜੀ ਆਪ ਜੀ ਨੂੰ ਗਿਆਤ ਲਈ ਯਾਦ ਹੋਣਾ ਚਾਹੀਦਾ ਹੈ, 10ਵੇਂ ਪਾਤਸ਼ਾਹ ਨੇ 14 ਜੰਗ ਲੜੇ ਨੇ। 14 ਦੇ 14 ਜੰਗ ਦੇ ਅੰਦਰ ਕਲਗੀਧਰ ਪਾਤਸ਼ਾਹ ਨੇ ਕਦੀ ਪਹਿਲ ਨਹੀਂ ਕੀਤੀ, ਧਰਮ ਦਾ ਯੁੱਧ ਕੀਤਾ, ਵੈਰੀ ਨੂੰ ਮੌਕਾ ਦਿੱਤਾ ਪਹਿਲੇ ਹਮਲਾ ਕਰ। ਤੇ ਜਦੋਂ ਅਨੰਦਪੁਰ ਸਾਹਿਬ ਦਾ ਪਹਿਲਾ ਜੰਗ ਹੋਇਆ, ਉਸ ਦੇ ਅੰਦਰ ਪਹਾੜੀ ਰਾਜਿਆਂ ਚੋਂ ਕੇਸਰੀ ਚੰਦ ਨੇ, ਭੀਮ ਚੰਦ ਦੇ ਸਾਲੇ ਨੇ ਸਹੁੰ ਚੱਕੀ ਸੀ ਕਿ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿਰ ਵੱਢ ਕੇ ਲਿਆਵਾਂਗਾ। ਉਹਨੇ ਸਹੁੰ ਚੱਕੀ 16 ਜਨਵਰੀ 1704 ਦੇ ਅੰਦਰ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਉੱਤੇ ਸਹੁੰ ਚੱਕੀ। ਗੁਰੂ ਕਾ ਜਰਨੈਲੀ ਸਿੰਘ ਭਾਈ ਉਦੈ ਸਿੰਘ, ਉਹਨੇ ਕਿਹਾ ਮਹਾਰਾਜ ਆਪਸ ਦੇ ਅੰਦਰ ਸਿੰਘ ਜਿਸ ਤਰ੍ਹਾਂ ਗੁਰਮਤਾ ਕਰਦੇ ਨੇ ਨਾ, ਕਿਹਾ ਗੁਰੂ ਪਾਤਸ਼ਾਹ ਦੇ ਸਿਰ ਦੀ ਸਹੁੰ ਪਾਈ ਹੈ, ਜੇ ਗੁਰੂ ਪਾਤਸ਼ਾਹ ਮਹਾਰਾਜ ਆਗਿਆ ਦੇ ਦੇਣ ਤਾਂ ਮੈਂ ਉਹਦਾ ਸਿਰ ਵੱਢ ਲਿਆਵਾਂ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਣੇ ਗਾਤਰੇ ਚੋਂ ਜੋ ਇਟਲੀ ਤੋਂ ਆਈ, ਜਨੇਵਾ ਤੋਂ ਕਿਰਪਾਨ ਸੀ, ਇੱਕ ਕਿਰਪਾਨ ਦਿੱਤੀ ਭਾਈ ਉਦੈ ਸਿੰਘ ਨੂੰ। ਉਹ ਇੱਕ ਕਿਰਪਾਨ ਕਲਗੀਧਰ ਪਾਤਸ਼ਾਹ ਨੇ ਰਾਜਸਥਾਨ ਜਾ ਕੇ ਭਾਈ ਮਾਨ ਸਿੰਘ ਨੂੰ ਦਿੱਤੀ ਸੀ ਤੇ ਨਾਗਣੀ ਯਾਨੀ ਕਿ ਬਰਛਾ ਸ਼ਸਤਰ ਭਾਈ ਬਚਿੱਤਰ ਸਿੰਘ ਨੂੰ ਦਿੱਤਾ। ਉਹ ਸ਼ਸਤਰ ਦੇ ਕੇ ਮਹਾਰਾਜ ਨੇ ਦੋਨੋਂ ਯੋਧੇ ਜੰਗੀ ਜਰਨੈਲਾਂ ਨੂੰ ਅਨੰਦਪੁਰ ਸਾਹਿਬ ਦੇ ਪਹਿਲੇ ਜੰਗ ਲਈ ਬਾਹਰ ਭੇਜਿਆ। ਮੈਂ ਆਪ ਜੀ ਨਾਲ ਬਚਨ ਜੋੜ ਰਿਹਾ ਬਈ ਉਹ ਗੁਰੂ ਦੇ ਨਾਲ ਦੰਡ ਕਿਉਂ ਨਹੀਂ ਕਰ ਰਹੇ, 7 ਮਹੀਨੇ ਤੋਂ ਬਾਹਰ ਨੇ ਹਮਲਾ ਕਿਉਂ ਨਹੀਂ ਕਰ ਰਹੇ, ਉਹਦਾ ਰੀਜ਼ਨ ਕੀ ਹੈ? ਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਤੋਂ ਡਰ ਕਿਉਂ ਲੱਗਦਾ ਹੈ? 500 ਸਿੰਘ ਅੰਦਰ, ਬਾਹਰ 2.5 ਲੱਖ ਦੀ ਫੌਜ, ਡਰ ਕਿਸ ਗੱਲ ਦਾ? ਅੰਦਰ ਜੰਗ ਕਿਉਂ ਨਹੀਂ ਕਰਨ ਦਾ ਜੀ ਕਰ ਰਿਹਾ ਤੁਰਕਾਂ ਦਾ, ਪਹਾੜੀਆਂ ਦਾ?
उन्होंने सोचा जिथे गुरु गोबिंद सिंह नाल जे जंग हो गया तो पहली जंग चेते आती है आनंदपुर साहिब की, वो 2.5 लाख की फौज होलगढ़ के बाहर गुरु गोबिंद सिंह महाराज ने सोने की डब्बी जो छत्रधारा छकाया बाबा बचित्र सिंह नूं ते नागणी दिती हाथ दे अंदर, ते नागणी फड़ के बचित्र सिंह ने घोड़े दे उत्ते सवार तैयार बर तैयार रकाबां दे अंदर पैर रख लए ते पैर रख के जोधा घोड़े दे उत्ते खड़ा हो गया। सज्जे हाथ दे पूरा भार लैके जाप साहब उचारदा, हाथी दे 7 तवे बन्ने सीगे मत्थे ते, ਉਹ पूरी दी पूरी नागणी विच पा के ते घुमा दित्ती एक बारी पूरे ਉਹਦੇ दिमाग दे अंदर। ਜਦੋਂ ਬਾਬਾ ਉਦੇ ਸਿੰਘ ਜੀ ਨੇ ਹਾਥੀ ਨੂੰ ਨਾਗਣੀ ਮਾਰੀ, ਜਿਹੜਾ ਅਨੰਦਪੁਰ ਸਾਹਿਬ ਤੇ ਸਿੰਘਾਂ ਵੱਲ ਚੜ ਕੇ ਆ ਰਿਹਾ ਸੀ, ਉਹਨੇ ਉਲਟਾ ਵਾਰ ਪਹਾੜੀਆਂ ਤੇ ਤੁਰਕਾਂ ਵੱਲ ਸ਼ੁਰੂ ਕਰ ਦਿੱਤਾ, ਵਾਪਸ ਹੋ ਗਿਆ, ਉਹਨਾਂ ਨੂੰ ਲਤਾੜਨ ਲੱਗ ਪਿਆ। ਤੇ ਦੂਸਰੇ ਪਾਸੇ ਬਿਜਲੀ ਦੀ ਤਰ੍ਹਾਂ ਗਰਜਿਆ ਜਵਾਨ ਸੂਰਮਾ ਬਾਬਾ ਉਦੇ ਸਿੰਘ ਘੋੜੇ ਤੇ ਸਵਾਰ ਕੇਸਰੀ ਚੰਦ ਦੇ ਕੋਲ ਬਿਜਲੀ ਦੀ ਤਰ੍ਹਾਂ ਪਹੁੰਚਿਆ, ਜਾ ਕੇ ਕਿਰਪਾਨ ਹੱਥ 'ਚ, ਢਾਲ ਦੂਜੇ ਹੱਥ 'ਚ, ਤੇ ਜਾ ਕੇ ਢਾਲ ਨੂੰ ਦੁਬਾਰਾ ਮੋਢੇ ਤੇ ਪਾ ਕੇ ਬਰਛਾ ਕੱਢ ਲਿਆ ਪਿੱਛੋਂ। ਤਦ ਤੱਕ ਵਾਰ ਰੋਕਦਾ ਰਿਹਾ ਜੰਗ ਦੇ ਅੰਦਰ ਵੈਰੀ ਦੇ, ਤੇ ਕੇਸਰੀ ਚੰਦ ਦਾ ਸੀਸ ਵੱਢ ਕੇ ਉਛਾਲਿਆ ਤੇ ਨਾਲ ਹੀ ਬਰਛੇ ਤੇ ਪਰੋ ਕੇ ਬਿਜਲੀ ਦੀ ਤਰ੍ਹਾਂ ਵਾਪਸ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਕੋਲ ਤੇ ਪੈਰਾਂ 'ਚ ਏਦਾਂ ਰੋੜ ਦਿੱਤਾ ਸਿਰ ਲਿਆ ਕੇ, ਜਿਸ ਤਰ੍ਹਾਂ ਕੋਈ ਗੇਂਦ ਰੋੜੀ ਦੀ ਹੁੰਦੀ ਹੈ। ਚਕਰਾਕ ਜਾਵੇ ਨਿਹਾਲ ਹੋ ਜਾਵੇ ਬਾਬਾ ਉਦੇ ਸਿੰਘ ਦੇ ਮਨ ਨੂੰ ਭਾਵੇ। ਜਦੋਂ ਬਾਬਾ ਉਦੇ ਸਿੰਘ ਜੀ ਜਰਨੈਲ ਨੇ ਲਿਆ ਕੇ ਸੀਸ ਦਿੱਤਾ, ਸੰਗਤ ਤੁਹਾਡੀ ਤਰ੍ਹਾਂ ਹੀ ਸਾਰੀ ਦਰਬਾਰ 'ਚ ਬੈਠੀ ਸੀਗੀ। ਕਲਗੀਧਰ ਪਾਤਸ਼ਾਹ ਮਹਾਰਾਜ ਖੜੇ ਸਨ, ਜੰਗ ਦਾ ਨਜ਼ਾਰਾ ਦੇਖ ਰਹੇ ਸਨ। ਸੰਗਤ ਸਾਰੀ ਹੈਰਾਨ ਹੋ ਗਈ। बिजली की तरह सिंह आया, हाय मेरे अल्लाह, सिंह करे जब हल्ला, मच जाए तर थल्ला। तुर्कां दी फौज दे अंदर ते हल्ला पै गया। कहंदे जिहड़ा जरनैल आया सीगा सानू लैके भी जंग लड़ांगा केसरी चंद, उहदा तां सिर ही नहीं दिख रहा, सीस धड़ दिख रहा। घर जाके वापस हो गई तुर्कां दी 2.5 लाख की फौज, 1,60,000 फौज चढ़ के आई सी। 1,60,000 फौज वापस गई। भीम चंद की जनानी ने उरे ते दुहाथड़े मार के छाती ते पिट्टी, मेरा भरा मरवाया, अपना साला मरवाया जंग विच। गुरु गोबिंद सिंह तेरे तो नहीं मारिया गया, जे नहीं मारिया गया सी तां मेरा भरा तां नहीं मरवाना सी जंग दे अंदर। उस गल तो डर लगदे गुरु गोबिंद सिंह महाराज नूं किले दे अंदर हमला नहीं कर रहे, अंदर जंग दे लई जा नहीं रहे। श्री गुरु गोबिंद सिंह साम नहीं वरत सकदे, दाम नहीं, दंड नहीं। चौथा तरीका होंदा राजनीति का भेद पवा देना, दुफाड़ कर देना। परिवार के अंदर दुफाड़ करा दिता। माता गुजरी नूं कहा तुहाडा लाल नहीं मनदा माता, क्यों छोटे साहिबजादियां नूं भुखे मरवांदे हो। देखो तो सही बाबा फतेह सिंह दे मुख वल, उहदा मुख नीला हो गया। बाबा जोरावर सिंह जी दे ढिड दीआं आंतड़ियां इकट्ठी हो गईयां, किला छड्ड दिओ। कलगीधर पातशाह महाराज कोल माता ते सिंह इकट्ठे होके गए। माता ते ਸਿੰਘਾਂ ने कहा कलगीधर पिता असी तां किला छड्डना, तुसी छड्डो ना छड्डो। 10वें पातशाह महाराज जी ने उत्थे ਸਿੰਘਾਂ ਨੂੰ कहा जे तुसी किला छड्डना है ते सानू बदावा लिख के दो भी असी तुहाडे गुरु नहीं, तुसी साडे सिंह नहीं। खालसा जी कहना बड़ा सौखा है, अज गाने भी बड़े ने भी ਸਿੰਘਾਂ ने बदावा लिख दिता। जे असी उन महान सूरमे ਸਿੰਘਾਂ दी थां ते हुंदे ना, ਅਸੀਂ 7 ਮਿੰਟ ਭੁੱਖ ਦੇ ਬਾਰੇ 7 ਘੰਟੇ ਵੱਧ ਤੋਂ ਵੱਧ 7 ਘੰਟੇ ਬਾਅਦ ਬਦਾਵਾ ਲਿਖ ਦੇਣਾ ਸੀ। ਉਹ ਗੁਰੂ ਕੇ ਮਹਾਨ ਯੋਧੇ 7 ਮਹੀਨੇ ਕੜਾਕਾ ਕੱਢਿਆ। ਅੱਜ ਸਾਡੇ ਸਿੱਖਾਂ ਦਾ ਕੋਈ ਹੱਕ ਨਹੀਂ ਬਣਦਾ ਉਹਨਾਂ ਮਹਾਨ ਯੋਧਿਆਂ ਦੀ ਨਿੰਦਾ ਕਰਨ ਦਾ। ਉਹਨਾਂ ਨੇ ਕਲਗੀਧਰ ਪਾਤਸ਼ਾਹ ਨੂੰ ਬਦਾਵਾ ਲਿਖਿਆ, ਮਹਾਰਾਜ ਕਮਰ ਕੱਸਾ ਕੀਤਾ। ਆਪਣੇ ਪਿਤਾ ਗੁਰਦੇਵ ਧੰਨ ਗੁਰੂ तेग बहादुर साहब के शहीदी स्थान जिथे महाराज के धन असीस का संस्कार होया, गुरुद्वारा शीशगंज साहब गुरबख्श उदासी नूं गद्दी दित्ती ते उन्हां नूं एक बरछा खूह के उत्ते रख के हुक्म किया, जदों बरछा खूह ते रखोगे तदों अंदरों अन्न जल प्रगट हो जाएगा। कलगीधर पातशाह महाराज जी किले चों निकले ने रात नूं 6 पोह दी रात 22 दसंबर वाला दिन श्री गुरु गोबिंद सिंह महाराज 1704 ਨੂੰ किला ਛੱਡਿਆ ਤੇ कलगीधर पातशाह महाराज जी ने खालसा जी ਜਦੋਂ किला ਛੱਡਿਆ ना, वो भी बड़ा जंगी प्रसंग है।
दुनिया के उत्ते ऐसा कोई भी इतिहास नहीं जो गुरु गोबिंद सिंह महाराज जिथे गुरु गोबिंद सिंह महाराज की बराबरता होंदी हो। कलगीधर पातशाह महाराज जी ने जो किला छड्डिया आनंदपुर साहिब का, उहदी मोर्चेबंदी बहुत तकड़ी सी। सब तो अगे लगे कलगीधर पातशाह महाराज के दोनों योधे बचित्र सिंह ते उदय सिंह। वो जरनैल खालसा जी ऐसे सीगे जिस तरह एक तो आम सोल्जर होंदा जंग के अंदर, एक पुलिस वाला होंदा ते एक पैरामिलिटरी फोर्स वाला होंदा, एक कमांडो होंदा जिहड़ा इकट्ठा ही 25-30 दे नाल ऐदां जंग लड़ लैंदा कि उसनूं उस तो बाद भावें 25-30 दे नाल होर लड़ा दे, पूरा तत्पर योधा। वो बाबा उदय सिंह ते बाबा बचित्र सिंह सब तो मूहरे लगे। उन्हां तो बाद कलगीधर पातशाह ने कुछ सिंघां दा जत्था लगा के सब तो घेरे दे विच बीबियां, उस तो बाहर बच्चे ते फिर बजुर्ग। उन्हां दे बाद महाराज ने अपने योधे सिंघां दा 5 प्यारियां दा 5 मुक्तियां दा 5 प्यारे भाई दया सिंह, धर्म सिंह, भाई साहब सिंह, हिम्मत सिंह, भाई मोखम सिंह ते 5 मुक्ते जिन्हां ने 5 प्यारियां तो बाद अमृत छकिया, भाई ईश्वर सिंह, भाई टहल सिंह, भाई राम सिंह, भाई देवा सिंह, इतिहास सिंघां ने कलगीधर पातशाह महाराज के सज्जे ते खब्बे होए। ते बाबा अजीत सिंह जी वो कलगीधर पातशाह बाबा जुझार सिंह पिछले पासे। हुण सारा ही परिवार जदों किले तो बाहर निकलदा है ते रात नूं 12 बजे जदों तुरक पहाड़ीए शराबां पी के सुत्ते पए सन, बड़ी शांति दे नाल गुरु परिवार कलगीधर पातशाह महाराज ने अपना परिवार बाहर भेजा। कलगीधर पातशाह महाराज जी ने जदों परिवार राम घनौली पिंड कीरतपुर साहब तो पहले आंदा उत्थे पहुंचे, तदों पहाड़ियां ने सोचा कि अंदरों गोली की आवाज नहीं आ रही, क्योंकि जो मोर्चेबंदी होती है सोल्जर्स की फ्रंट ते बैक साइड ते दोनों पासों गोली चलती है। उसका रीजन यह होंदा भी दोनों पासे के जरनैल तत्पर जंग नूं लड़ रहे हैं। क्या भी अंदरों गोली नहीं चली, 2-2.5 घंटे हो गए। उन्होंने कहा कि गुरु मोर्चे तो निकल तो नहीं गया, किले तो निकल नहीं गया। जाके किले के अंदर देखा भी दूरों तक घोड़ियां के हिड़कणियां की आवाज़ां आ रही हैं। कलगीधर पातशाह गुरु गोबिंद सिंह महाराज जी की फौज किले तो बाहर हो गई है। किले तो बाहर फौज के उत्ते पहाड़ियां ने कहा भज्जो फटाफट। तुर्कां दे अंदरों खालसा जी 3 फौजदार मेन आए सीगे, ख्वाजा मदूद दिल्ली तो, जबरदस्त खान जिन्होंने खालसा जेरदस्त कहता लाहौर तो, ते तीसरा वजीदा वजीर खान सरहंद तो। उन्होंने तिन्ना ने ते पहाड़ी राजियां दे अंदरों भीम चंद ए सारे आए सीगे कलगीधर पातशाह महाराज ते हमला करन दे लई। ते उस वेले जबरदस्त खान ते ख्वाजा मदूद बोले पहाड़ी राजियां नूं, ओए पहाड़ी राजो सुत्ते ही रह गए, गुरु तां किले तो लंघ गया, अपनी फौजां नूं अगे करो, लड़ो। हुण सब तो पिछे सीगे बाबा अजीत सिंह जी जरनैल अपने 25 जंगी योधियां दे नाल सब तो पहला जंग जिहड़ा कीता है, पहली तेग वाई है जंग दे अंदर। सतगुरां दे वड्डे फरजंद योधे महावीर साहिबजादा बाबा अजीत सिंह ने राम घनौली दे कोल वो जंग शुरू कीता है। 25 सिंघां दे जत्थे ने तुर्कां ते पहाड़ियां दी फौज नूं एक जिस तरह सुमेर पर्वत खड़ा हो जाता है, वो सुमेर पर्वत की तरह खड़े हो गए ते दरिया जिहड़ा हड़ चढ़ के आ रहा सी वैरी दा उहनूं रोक लिया। कलगीधर पातशाह महाराज जी ने बाबा अजीत सिंह ने उत्थे भारी जंग कीता ते खालसा जी हुण समा समाप्ति वाल वध रहा है। मैं प्रसंग नूं संकोचा क्योंकि मुखवाक की भी कथा 2 मिनट विचार जरूरी है। कलगीधर पातशाह महाराज जी ने सिंह सब तो पहले सिंह निर्मोहगढ़ साहब शहीद होए भाई उदय सिंह, उपरंत भाई जीवन सिंह शहीद होए शाही टिब्बी ते। वो शहीद होने तो बाद सरसा के उत्ते 3 हिस्सों परिवार का विछोड़ा होता है। कलगीधर पातशाह चमकौर साहब वाल होंदे ने, माता गुजरी जी छोटे साहिबजादे सरहंद फतेहगढ़ साहब वाल, ते तीसरे वो मुरिंडे तो होंदे हुए उधरों कोतवाल ने उन्होंने लैके सरहंद फतेहगढ़ साहब पहुंचे जिथे महान जंगी शहीदी साके होए। ते कलगीधर पातशाह महाराज के महल माता सुंदरी जी ते माता साहब देवा जी ते कुछ सिंह दिल्ली वाल हो गए। ते खालसा जी इस प्रकार चमकौर साहब कलगीधर पातशाह महाराज ने 40 सिंघां चों 37 सिंह शहीद होए। भाई जिहड़े 5 सिंह जिन्हां नूं महाराज ने गढ़ी के अंदर अखीरले रह गए,
ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਭਾਈ ਸੰਗਤ ਸਿੰਘ ਤੇ ਭਾਈ ਸੰਤ ਸਿੰਘ। ਭਾਈ ਸੰਤ ਸਿੰਘ ਦੇ ਸੀਸ ਤੇ ਮਹਾਰਾਜ ਨੇ ਕਲਗੀ ਲਾਈ ਤੇ ਉਹਨਾਂ ਨੂੰ ਗੁਰਤਾ ਗੱਦੀ ਦਾ ਤਿਲਕ ਖਾਲਸੇ ਨੂੰ ਦਿੱਤਾ ਤੇ ਸਮੂਹ ਖਾਲਸੇ ਨੂੰ ਕਿਹਾ, ਅੱਜ ਤੋਂ ਤੁਹਾਡਾ ਤਨ ਦਾ ਗੁਰੂ ਪੰਜ ਪਿਆਰੇ ਨੇ ਤੇ ਤੁਹਾਡੇ ਮਨ ਦੇ ਗੁਰੂ ਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਹਜ਼ੂਰ ਸਾਹਿਬ ਦੀ ਧਰਤੀ ਦੇ ਉੱਤੇ ਗੁਰਤਾ ਗੱਦੀ ਦੇ ਕੇ ਸਾਡੇ ਮਨ ਦੇ ਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਬਣਾਇਆ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਖਾਲਸੇ ਨੂੰ ਗੁਰਤਾ ਗੱਦੀ ਦੇ ਕੇ ਜਿਹੜਾ ਪਹਿਲਾ ਪੜਾਅ ਚਮਕੌਰ ਸਾਹਿਬ ਦਮਦਮਾ ਸਾਹਿਬ ਕੀਤਾ, ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਜੰਗ ਹੋਇਆ, ਗੜੀ ਸਾਹਿਬ ਵਿਖੇ ਮਹਾਰਾਜ ਰਾਤ ਭਾਈ ਮਦਨ ਸਿੰਘ ਤੇ ਕੋਠਾ ਸਿੰਘ ਦੀ ਚੌਰਬਰਦਾਈ ਹੇਠ 40 ਸਿੰਘ ਅੰਦਰ ਗੜੀ ਦੇ ਰਹੇ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਤਾੜੀ ਮਾਰ ਕੇ ਚਮਕੌਰ ਸਾਹਿਬ ਦੀ ਗੜੀ ਦੇ ਅੰਦਰ ਕਿਹਾ ਕਿ ਘੇਰ ਲਓ ਤੁਹਾਡੇ ਚੋਂ ਜਿਹੜਾ ਕੋਈ ਯੋਧਾ ਵੀਰ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਜ਼ੋਰ ਦੇ 3 ਤਾੜੀਆਂ ਮਾਰ ਕੇ ਸਾਰੇ ਪੰਥ ਨੂੰ ਉਹਨਾਂ ਨੂੰ ਦੱਸਿਆ ਬਈ ਹਿੰਦੂਆਂ ਪੀਰ ਰਵਦ, ਰਵਦ ਦਾ ਅਰਥ ਹੁੰਦਾ ਕਲਗੀਧਰ ਪਾਤਸ਼ਾਹ ਉੜ ਕੇ ਜਾ ਰਹੇ ਨੇ, ਤੁਹਾਨੂੰ ਹੋਕਾ ਦੇ ਕੇ ਜਾ ਰਹੇ ਨੇ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਛੀਵਾੜੇ ਦੇ ਜੰਗਲਾਂ ਦੇ ਅੰਦਰ ਜੰਡਸਰ ਸਾਹਿਬ ਪਹਿਲਾ ਪੜਾਅ ਕਰਕੇ ਰਾਤੀ ਅੱਖ ਖਾ ਕੇ ਕਲਗੀਧਰ ਪਾਤਸ਼ਾਹ ਮਾਛੀਵਾੜੇ ਪਹੁੰਚੇ। ਉਪਰੰਤ ਉੱਥੋਂ ਫਿਰ ਸਿੰਘਾਂ ਨੇ ਮਹਾਰਾਜ ਨੂੰ ਅੱਗੇ ਮਾਲਵੇ ਦੇਸ਼ ਵੱਲ ਬਠਿੰਡੇ ਵੱਲ ਕੱਢਿਆ। ਸੋ ਖਾਲਸਾ ਜੀ 2 ਮਿੰਟ ਆਓ ਮੁਖਵਾਕ ਦੀ ਕਥਾ ਵਿਚਾਰ ਕਰ ਲਈਏ, ਫਿਰ 11 ਵਜੇ ਸਮਾਪਤੀ ਕਰਨੀ ਹੈ। ਧਨਾਸਰੀ ਮਹੱਲਾ ਪੰਜਵਾ। ਧਨਾਸਰੀ ਰਾਗ ਹੈ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਸ਼੍ਰੀ ਕੰਠ ਤੋਂ ਪਾਵਨ ਪਵਿੱਤਰ ਸ਼ਬਦ ਉਚਾਰਨ ਕਰਦੇ ਨੇ। ਘਰ ਬਾਰ-ਬਾਰ ਰਾਗੀ ਸਿੰਘਾਂ ਨੂੰ ਹਿਦਾਇਤ ਹੈ 12ਵੇਂ ਘਰ ਦੇ ਅੰਦਰ ਸ਼ਬਦ ਗਾਇਨ ਕਰਨ ਦੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਇੱਕ ਪਰਮਾਤਮਾ ਹੈ, ਅਦੁੱਤੀ ਹੈ, ਓੰਕਾਰ ਸਾਰਿਆਂ ਨੂੰ ਪ੍ਰਕਾਸ਼ ਦੇਣ ਵਾਲਾ, ਸਾਰਿਆਂ ਦਾ ਪ੍ਰਕਾਸ਼ਮਾਨ ਹੈ। ਉਹ ਅਦੁੱਤੀ ਹੈ, ਜਾਤੀ ਵਿਜਾਤੀ ਸਵੈਗਤ ਭੇਦ ਤੋਂ ਪਰੇ ਹੈ। ਉਹ ਪਰਮਾਤਮਾ ਸੱਚੇ ਸਤਿਗੁਰਾਂ ਦੀ ਕਿਰਪਾ ਦੇ ਦੁਆਰਾ ਪ੍ਰਾਪਤ ਹੁੰਦਾ ਹੈ ਜੋ ਸਤ ਚਿਤ ਆਨੰਦ ਹੈ। ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਐਸੇ ਵਾਹਿਗੁਰੂ ਅਕਾਲ ਪੁਰਖ ਦੇ ਅੱਗੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਾਡੀ ਬੰਦਨਾ ਹੈ, ਸਾਡੇ ਦੋਨੋਂ ਹੱਥ ਜੋੜ ਕੇ ਨਮਸਕਾਰ ਹੈ ਤੇ ਅਸੀਂ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਗੋ ਅਰਥ ਹੁੰਦਾ ਧਰਤੀ, ਪਾਲ ਧਰਤੀ ਦੀ ਪਾਲਣਾ ਕਰਨ ਵਾਲਾ ਵਾਹਿਗੁਰੂ ਅਕਾਲ ਪੁਰਖ, ਅਸੀਂ ਉਸ ਗੋਪਾਲ ਵਾਹਿਗੁਰੂ ਅਕਾਲ ਪੁਰਖ ਦੇ ਗੁਣ ਗਾਉਂਦੇ ਹਾਂ। ਵਿਸ਼ਰਾਮ ਦੇ ਕੇ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ। ਵੱਡਾ ਭਾਗ ਪੇਟੇ ਗੁਰਦੇਵਾ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਸਾਡੇ ਬੜੇ ਵੱਡੇ ਭਾਗ ਨੇ, ਸਾਡੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਲ ਭੇਟਾਂ ਹੋਈ ਹੈ। ਜਿਗਿਆਸੂ ਸਿੱਖ ਸੰਗਤ ਨੂੰ ਸਨਮੁਖ ਕਰਕੇ ਜੇ ਅਰਥ ਸਮਝੀਏ ਤੇ ਮਹਾਰਾਜ ਕਹਿ ਰਹੇ ਨੇ ਕਿ ਬਹੁਤ ਵੱਡੇ ਭਾਗ ਨੇ ਜਿਹੜਾ ਕੋਈ ਸਿੰਘ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਸੰਗਤ ਦੇ ਅੰਦਰ ਆਪਣਾ ਹਿੱਤ ਤੇ ਚਿੱਤ ਜੋੜਦਾ ਹੈ। ਕੋਟ ਅਪਰਾਧ ਮਿਟੇ ਹਰ ਸੇਵਾ। ਕਰੋੜਾਂ ਜਨਮਾਂ ਦੇ ਪਾਪ ਹਰੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਦੇ ਨਾਲ ਨਾਸ਼ ਹੋ ਜਾਂਦੇ ਨੇ। ਸੰਗਤ ਜੀ ਜਿਹੜਾ ਕੋਈ ਵਿਅਕਤੀ ਬੋਲੇ ਨਾ ਮੈਨੂੰ ਤਾਂ ਦੁੱਖ ਹੀ ਨਹੀਂ ਦੂਰ ਹੁੰਦਾ, ਮੈਨੂੰ ਕੋਈ ਕਹੇ ਤਨ ਦਾ ਦੁੱਖ ਹੈ, ਕੋਈ ਕਹੇ ਮਨ ਦਾ ਦੁੱਖ ਹੈ, ਉਸ ਨੂੰ ਕੇਵਲ ਤੇ ਕੇਵਲ ਇੱਕ ਤਰੀਕਾ ਹੈ, ਉਹਦੇ ਸਾਰੇ ਦੁੱਖ ਦੂਰ ਹੋ ਜਾਣਗੇ। ਆ ਕੇ ਗੁਰੂ ਨਾਨਕ ਦੀ ਸੰਗਤ ਦੇ ਅੰਦਰ ਬੈਠ ਕੇ ਵਾਹਿਗੁਰੂ ਸ਼ਬਦ ਦਾ ਉਚਾਰਨ ਹਿਰਦੇ 'ਚ ਕਰਦੇ ਰਹੀਏ। ਆਖਣਾ ਕਰੋ ਸਤਨਾਮ ਵਾਹਿਗੁਰੂ ਸ਼ਬਦ ਦੇ ਨਾਲ ਸਾਰੇ ਹੀ ਦੁੱਖ ਤੇ ਦਰਦ ਦੂਰ ਹੋ ਜਾਂਦੇ ਨੇ, ਕਰੋੜਾਂ ਜਨਮਾਂ ਦੇ ਪਾਪ ਨਾਸ਼ ਹੋ ਜਾਂਦੇ ਨੇ। ਚਰਨ ਕਮਲ ਜਾ ਕਾ ਮਨ ਰਾਪਾ। ਜਿਸ ਗੁਰਸਿੱਖ ਪਿਆਰੇ ਦਾ ਮਨ ਗੁਰੂ ਦੇ ਸ਼ਬਦ ਵਾਹਿਗੁਰੂ ਸ਼ਬਦ ਦੇ ਨਾਲ ਜੁੜ ਜਾਂਦਾ ਹੈ, ਗੁਰੂ ਦੀ ਬਾਣੀ ਦੇ ਨਾਲ ਹਿਤ ਚਿਤ ਤੇ ਪ੍ਰੇਮ ਬਣ ਜਾਂਦਾ ਹੈ। ਸੋਗ ਅਗਨ ਤਿਸ ਜਨ ਨਾ ਪਿਆਪੈ। ਉਸ ਵਿਅਕਤੀ ਨੂੰ ਮਨ ਤੋਂ ਸੋਗ, ਤਨ ਤੋਂ ਰੋਗ ਤੇ ਤ੍ਰਿਸ਼ਨਾ ਦੀ ਅਗਨ ਤੰਗ ਨਹੀਂ ਕਰਦੀ। ਸਾਗਰ ਤਰਿਆ ਸਾਧੂ ਸੰਗੇ। ਕੇਵਲ ਤੇ ਕੇਵਲ ਇੱਕੋ ਤਰੀਕਾ ਹੈ ਸੰਸਾਰ ਸਾਗਰ ਤੋਂ ਤਰਨ ਦਾ, ਕਿਹੜਾ? ਸਾਧੂਆਂ ਦੀ ਸੰਗਤ। ਖਾਲਸਾ ਜੀ ਹੁਣ ਪਿੱਛੇ ਫੇਸਬੁੱਕ ਦੇ ਉੱਤੇ ਮਹਾਪੁਰਖਾਂ ਦੀ ਇੱਕ ਵੀਡੀਓ ਜਫਰਨਾਮਾ ਸਾਹਿਬ ਦੇ ਕੀਰਤਨ ਕਰਦੇ ਦੀ ਫਲੋਟ ਹੋਈ। ਜਿਹੜੀ ਸੰਗਤ ਜਫਰਨਾਮਾ ਨਹੀਂ ਵੀ ਜਾਣਦੀ ਸੀ ਨਾ, ਉਹ ਵੀ ਪੁੱਛਦੇ ਮਹਾਪੁਰਸ਼ ਧੰਨ ਧੰਨ ਬਾਬਾ ਅਵਤਾਰ ਸਿੰਘ ਜੀ ਕਿਹੜਾ ਸ਼ਬਦ ਪੜ੍ਹ ਰਹੇ ਨੇ। ਉਹ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਜ਼ਫਰਨਾਮੇ ਬਾਣੀ ਦਾ ਕੀਰਤਨ ਦਾ ਪ੍ਰਚਾਰ ਪੂਰੇ ਵਰਲਡ 'ਚ ਉਹਨਾਂ ਨੇ ਇੱਕੋ ਸ਼ਬਦ ਪੜ੍ਹ ਕੇ ਕਰਤਾ। ਇਹ ਖਾਲਸਾ ਜੀ ਸਾਧੂਆਂ ਦੀ ਮਹਿਮਾ ਹੈ। ਜਦੋਂ ਸਾਧੂ ਵਾਜਾ ਚੱਕਦਾ ਹੈ, ਕੀਰਤਨ ਕਰਨ ਦੇ ਲਈ ਆਪਣਾ ਸਾਜ਼ ਛੇੜਦਾ ਹੈ, ਅਕਾਲ ਪੁਰਖ ਵਾਹਿਗੁਰੂ ਨਾਲ ਜੁੜਦਾ ਹੈ, ਉੱਥੇ ਮੇਰੇ ਵਰਗੇ
ਚੁੰਝ ਗਿਆਨੀਆਂ ਨੂੰ ਕਥਾ ਕਰਕੇ ਪੌਣਾ ਘੰਟਾ ਬੋਲਣਾ ਨਹੀਂ ਪੈਂਦਾ, ਉਹ ਇੱਕੋ ਸ਼ਬਦ ਦੇ ਨਾਲ ਸਭ ਕੁਝ ਕਹਿ ਜਾਂਦੇ ਨੇ। ਸੋ ਮਹਾਰਾਜ ਕਹਿ ਰਹੇ ਕਿ ਸਾਧੂਆਂ ਦੀ ਜੋ ਸੰਗਤ ਹੈ ਉਹ ਤੇਰੇ ਕਰੋੜਾਂ ਜਨਮਾਂ ਦੇ ਪਾਪ ਨੂੰ ਕੱਟ ਦੇਵੇਗੀ। ਨਿਰਭਉ ਨਾਮ ਜਪੋ ਹਰ ਰੰਗੇ, ਕੇਵਲ ਤੇ ਕੇਵਲ ਉਹ ਨਿਰਭਉ ਪਦਵੀ ਨੂੰ ਪ੍ਰਾਪਤ ਕਰਨ ਵਾਲਾ ਵਾਹਿਗੁਰੂ ਦਾ ਨਾਮ ਹਿਰਦੇ 'ਚ ਜਪ ਲੈ। ਕੋਟ ਅਪਰਾਧ ਮਿਟੇ ਹਰਸੇ, ਉਹ ਕੋਟ ਜਨਮਾਂ ਦੇ ਤੇਰੇ ਅਪਰਾਧ ਨੇ ਉਹ ਸੇਵਾ ਕਰਕੇ ਮਿਟ ਜਾਣਗੇ। ਸੇਵਾ ਕਰਦੇ ਕਰਦੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਤਰ੍ਹਾਂ ਵਾਹਿਗੁਰੂ ਸਿਮਰਨ ਵੀ ਹਿਰਦੇ ਵਿੱਚ ਦਰਾ। ਪਰ ਤਨ ਦੋਖ ਕਿਛ ਪਾਪ ਨਾ ਫੇੜੇ, ਪਰਾਇਆ ਧਨ ਤੇ ਪਰਾਏ ਦੋਸ਼ਾਂ ਨੂੰ ਬਾਰ-ਬਾਰ ਚਿਤਾਰਦੇ ਰਹਿਣਾ ਉਹ ਫਿਰ ਦੂਰ ਹੋ ਜਾਂਦਾ ਹੈ, ਕਿਉਂਕਿ ਖਿਮਾ ਦਾ ਗੁਣ ਪ੍ਰਾਪਤ ਹੋ ਜਾਂਦਾ ਹੈ। ਜਿਹੜਾ ਗੁਰੂ ਨਾਨਕ ਦੀ ਸੰਗਤ 'ਚ ਆ ਕੇ ਬਹਿ ਜਾਂਦਾ ਹੈ ਨਾ, ਉਹਦਾ ਜਿਹੜਾ ਹਾਜ਼ਮਾ ਹੈ ਨਾ, ਉਹਦਾ ਮੈਦਾ ਹੈ ਬੜਾ ਵੱਢ ਜਾਂਦਾ, ਪੇਸ਼ੈਂਸ ਦਾ ਮੈਦਾ। ਆਮ ਬੰਦੇ ਨੂੰ ਕੋਈ ਗੱਲ ਕੋ ਫਟ ਗੁੱਸਾ ਕਰ ਜਾਂਦਾ ਹੈ, ਪਰ ਗੁਰੂ ਨਾਨਕ ਦਾ ਅੰਮ੍ਰਿਤਧਾਰੀ ਸਿੰਘ, ਨਿਤਨੇਮੀ ਸਿੰਘ, ਅੰਮ੍ਰਿਤ ਵੇਲੇ ਉੱਠਣ ਵਾਲਾ, ਰਹਿਤ ਬਹਿਤ ਵਾਲਾ, ਉਹ ਸਿੰਘ ਹੋਵੇ ਬੀਬੀ ਹੋਵੇ, ਉਹਦਾ ਪੇਸ਼ੈਂਸ ਦਾ ਜਿਹੜਾ ਮੈਦਾ ਹੈ, ਹਾਜ਼ਮਾ ਬੜਾ ਵੱਧ ਜਾਂਦਾ। ਉਹਨੂੰ ਕੋਈ ਗੱਲ ਕਹਿੰਦਾ ਉਹ ਖਿਮਾ ਕਰ ਦਿੰਦਾ। ਤੇ ਮਹਾਰਾਜ ਉਹੀ ਗੱਲ ਸੱਚੇ ਪਾਤਸ਼ਾਹ ਬਾਣੀ 'ਚ ਕਹਿ ਰਹੇ ਨੇ ਕਿ ਜਦੋਂ ਅਸੀਂ ਨਿਰਭਉ ਨਾਮ ਜਪਦੇ ਹਾਂ, ਪਰ ਧਨ ਦੋ ਕਿਛ ਪਾਪ ਨਾ ਫੇੜੇ, ਪਰਾਏ ਧਨ ਨੂੰ ਪ੍ਰਾਪਤ ਕਰਨ ਦੀ ਇੱਛਾ ਹੀ ਨਹੀਂ ਰਹਿ ਜਾਂਦੀ। ਤੇ ਕੋਈ ਪਰਾਇਆ ਦੋਸ਼ ਨਿੰਦਾ ਦਾ ਉਹ ਵੀ ਵਿਅਕਤੀ ਜਿਹੜਾ ਹੈ ਉਹ ਉਸ ਨੂੰ ਪਕੜ ਨਹੀਂ ਕਰਦਾ, ਨਿੰਦਾ ਕਰਦਾ ਹੀ ਨਹੀਂ। ਉਹ ਕਹਿੰਦੇ ਵੀ ਜਿਹੜਾ ਕੋਈ ਨਿੰਦਾ ਮੇਰੀ ਕਰਦਾ, ਨਿੰਦਾ ਕਰੇ ਤਾਂ ਬੈਕੁੰਠ, ਉਹਨੂੰ ਤਾਂ ਬੈਕੁੰਠ ਦੀ ਪ੍ਰਾਪਤੀ ਹੁੰਦੀ ਹੈ ਜੇ ਉਹਦੀ ਨਿੰਦਾ ਹੋਵੇ, ਉਹਦੇ ਹਿਰਦੇ 'ਚ ਤਾਂ ਉਹ ਭਾਵਨਾ ਬਣਦੀ ਹੈ। ਜਮ ਜੰਦਾਰ ਨਾ ਆਗਾ ਨੇੜੇ, ਜਮ ਤੇ ਉਹਨਾਂ ਦੇ ਨੇੜੇ ਹੀ ਨਹੀਂ ਆ ਸਕਦੇ ਜਿਹੜੇ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਸਿੱਖੀ ਲੈਂਦੇ ਨੇ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਸ਼ੇਰ ਸਿੰਘ ਜੀ ਇੱਕ ਬਚਨ ਸੁਣਾਇਆ ਕਰਦੇ ਸਨ। ਕਹਿੰਦੇ ਕਿ ਨਿਹੰਗ ਸਿੰਘ ਤਿਆਰ ਪਰ ਤਿਆਰ ਸਵੇਰੇ 12 ਵਜੇ ਉੱਠ ਕੇ ਰਗੜਾ ਲਾ ਕੇ ਪੂਰਾ ਸੁੰਦਰ ਗੁਟਕੇ ਦਾ ਨਿਤਨੇਮ ਕਰਨਾ, ਚੜ੍ਹਦੀ ਕਲਾ ਦਾ ਸਿੰਘ। ਤੇ 6 ਵਜੇ ਉਹਨੂੰ ਜੰਮ ਲੈਣ ਆ ਗਏ ਤੇ ਸਿੰਘ ਹਜੇ 10 ਗ੍ਰੰਥੀ ਦਾ ਪਾਠ ਰਹਿੰਦਾ ਸੀ। ਉਹਨੇ ਆਪਣਾ ਗੜਵਾ ਚੱਕਿਆ, ਹੱਥੀ ਬਰਛਾ ਚੁੱਕਿਆ, ਜਮਾ ਨੂੰ ਕਿਹਾ ਠਹਿਰ ਜਾਓ, ਹਜੇ ਮੇਰਾ 10 ਗ੍ਰੰਥੀ ਦਾ ਪਾਠ ਪਿਆ, ਆਖਣਾ ਕਰੋ ਸਤਨਾਮ। ਉਹ ਨਿਹੰਗ ਸਿੰਘ ਚੜ੍ਹਦੀ ਕਲਾ ਨੇ 10 ਗ੍ਰੰਥੀ ਦਾ ਪਾਠ ਕੀਤਾ, ਤਾਂ ਜਾ ਕੇ ਫਿਰ ਸੱਚਖੰਡ ਪਿਆਲਾ ਕੀਤਾ। ਖਾਲਸਾ ਜੀ ਧਰਮ ਰਾਏ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝਾ। ਗੁਰੂ ਪਾਤਸ਼ਾਹ ਮਹਾਰਾਜ ਉਹਨਾਂ ਦਾ ਲੇਖਾ ਹੀ ਕੱਟ ਦਿੰਦੇ ਨੇ ਜਿਹੜੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਆਪਣਾ ਸੀਸ ਭੇਟਾ ਕਰਦੇ ਨੇ। ਤ੍ਰਿਸ਼ਨਾ ਆਗਨ ਪ੍ਰਭ ਆਪ ਬੁਝਾਈ, ਤੇ ਤ੍ਰਿਸ਼ਨਾ ਜਿਹੜੀ ਹੈ ਪਦਾਰਥਾਂ ਦੀ, ਧਨ ਦੀ, ਇਸਤਰੀ ਦੀ, ਉਹ ਵਾਹਿਗੁਰੂ ਸੱਚੇ ਪਾਤਸ਼ਾਹ ਖਤਮ ਕਰ ਦਿੰਦੇ ਨੇ ਜਦੋਂ ਮਹਾਰਾਜ ਆਪਣਾ ਗੁਰਸਿਮਰਨ ਮੰਤਰ ਤੇ ਵਾਹਿਗੁਰੂ ਸ਼ਬਦ ਮੰਤਰ ਸੱਚੇ ਪਾਤਸ਼ਾਹ ਗੁਰਬਾਣੀ ਦਾ ਜਾਪ ਦ੍ਰਿੜ ਕਰਾਉਂਦੇ ਨੇ। ਨਾਨਕ ਉਸਰੇ ਪ੍ਰਭ ਸਰਣਾਈ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕੇਵਲ ਤੇ ਕੇਵਲ ਜਿਹੜਾ ਵਿਅਕਤੀ ਪ੍ਰਭੂ ਦੀ ਸ਼ਰਨ ਪੈ ਜਾਂਦਾ ਹੈ ਉਹ ਉਧਰ ਜਾਂਦਾ ਹੈ, ਉਸ ਦਾ ਉਧਾਰ ਹੋ ਜਾਂਦਾ ਹੈ। ਖਾਲਸਾ ਜੀ ਜਿੰਨੇ ਤੁਸੀਂ ਸਿੰਘ ਬੈਠੇ ਹੋ ਸਾਰਿਆਂ ਨੂੰ ਸ਼ਤ ਨਮਨ ਹੈ। ਤੁਸੀਂ ਸਾਰੇ ਬੜੇ ਭਜਨ ਬੰਦਗੀ ਵਾਲੇ ਹੋ। ਸਾਡੀ ਵਕਤਿਆਂ ਦੀ ਵੀ ਅਰਦਾਸ ਕਰਿਆ ਕਰੋ, ਸਾਡੀ ਕਲਗੀਧਰ ਪਾਤਸ਼ਾਹ ਮਹਾਰਾਜ ਨਾਲ ਪ੍ਰੀਤ ਪੈ ਜਾਵੇ। ਸਾਰੀ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ। ਭਾਈ ਜਿਹੜੇ ਸਿੰਘਾਂ ਨੇ ਅੰਮ੍ਰਿਤ ਦੀ ਦਾਤ ਹਜੇ ਤੱਕ ਨਹੀਂ ਪ੍ਰਾਪਤ ਕੀਤੀ, ਕਲਗੀਧਰ ਪਾਤਸ਼ਾਹ ਮਹਾਰਾਜ ਦੀ ਸਿੱਖੀ ਦੀ ਦਾਤ ਪ੍ਰਾਪਤ ਕਰੀਏ, ਖੰਡੇ ਬਾਟੇ ਦੀ ਪਾਵਲ ਚੱਕੀਏ। ਆਓ ਗੁਰਬਾਣੀ ਦੇ ਰਸਮਈ ਰਸ ਭਿੰਨੇ ਕੀਰਤਨ ਰਾਗੀ ਸਿੰਘਾਂ ਨੂੰ ਸਰਵਣ ਕਰੀਏ। ਇੰਨੇ ਕੁ ਬਚਨ ਪ੍ਰਵਾਨ ਕਰਨੇ, ਸਮਾਂ ਦੀ ਵਧੀਕੀ ਦੀ ਮਾਫੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੁਸ਼ੀਆਂ ਦੇ ਜਕਾਰੇ ਜਾਵੇ, ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਨ ਨੂੰ ਭਾਵੇ। ਸਤਿ